अरे इसी चैनल के लिए ही तो जानते हैं। एक मिनट दे दो, एक मिनट दे दो। ले भाई सरदार जी के 1 मिनट ले पहला तुम। सर तो हमारा मीडिया वाला है। मैं कर रहा ये हमारा मीडिया थारा नहीं है यो। ਜ਼ਮੀਨ ਤੋਂ ਸੱਖਣਾ ਹਾਂ ਜ਼ਮੀਰ ਤੋਂ ਨਹੀਂ। ਹੁਣ ਜਦੋਂ ਟਰਾਲੀ ਦੇ ਉੱਤੇ ਕਿਸਾਨ ਵੀਰ ਲੰਘਦੇ ਆ ਤੇ ਜੀ ਕਰਦਾ ਬੋਲੇ ਸੋ ਨਿਹਾਲ ਕਹੀਏ ਤੇ ਜਦੋਂ ਉਹ ਵੀ ਅੱਗੋਂ ਕਹਿੰਦੇ ਆ ਵੀ ਮੋੜਵੇਂ ਜਵਾਬ ਦੇ ਵਿੱਚ ਸਤਿ ਸ਼੍ਰੀ ਅਕਾਲ, ਤਾਂ ਮਨ ਨੂੰ ਇੱਕ ਵੱਖਰਾ ਜਿਹਾ ਸਵਾਦ ਆਉਂਦਾ ਵੀ ਯਾਰ ਅਸੀਂ ਪੰਜਾਬੀ ਇੰਨੇ ਗੈਰਤਮੰਦ ਆ। ਦੇਖੋ ਜਾਗ ਲਾਏ ਬਿਨਾ ਦਹੀਂ ਨਹੀਂ ਜੰਮਦਾ ਹਨਾ, ਤਾਂ ਇਹ ਜਾਗ ਲੱਗ ਗਈ। जीटी रोड एफएम ਨੂੰ ਦੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਦੋਸਤੋ जीटी रोड एफएम ਦੇ ਜਰੀਏ ਅਸੀਂ ਸਿੰਘੂ ਬਾਰਡਰ ਤੋਂ ਤੁਹਾਨੂੰ ਲਗਾਤਾਰ ਵੱਖ-ਵੱਖ ਤਸਵੀਰਾਂ ਦਿਖਾ ਰਹੇ ਹਾਂ। ਇਸੇ ਤਰ੍ਹਾਂ ਅਸੀਂ ਸਾਰੇ ਪੱਤਰਕਾਰ ਜੋ ਇੱਥੋਂ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਕਰ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੇ ਇੱਥੋਂ ਕੀ ਅਬਜ਼ਰਵ ਕੀਤਾ ਹੈ ਹੁਣ ਤੱਕ ਤੇ ਇਸ ਅੰਦੋਲਨ ਦੇ ਵਿੱਚ ਕੀ ਖਾਸੀਅਤ ਆ। ਪਹਿਲਾਂ ਵਾਲੇ ਵੱਖ-ਵੱਖ ਜਿਹੜੇ ਪਹਿਲਾਂ ਵੀ ਅੰਦੋਲਨ ਹੁੰਦੇ ਰਹੇ ਆ, ਵੱਖ-ਵੱਖ ਧਰਨੇ ਮੁਜ਼ਾਹਰੇ ਉਹਨਾਂ ਨੇ ਦੇਖੇ ਆ। ਦੇਖੋ ਮੈਂ ਸ਼ੁਰੂ ਤੋਂ ਕਿਸਾਨੀ ਸੰਘਰਸ਼ ਤੋਂ ਪਹਿਲਾਂ ਵੀ ਜੇ ਗੱਲ ਕਰਾਂ, ਮੈਂ ਇਸ ਮਿੱਟੀ ਨਾਲ ਜੁੜਿਆ। ਮੇਰੇ ਘਰੇ ਵੀ ਰੋਟੀ ਪੱਕਦੀ ਆ, ਚੁੱਲ੍ਹਾ ਮਗਦਾ ਤੇ ਉਹ ਇਸੇ ਖੇਤ 'ਚੋਂ ਆਉਂਦੀ ਆ। ਮੈਂ ਮਤਲਬ ਲਿਖਿਆ ਸੀਗਾ ਕਿ ਜ਼ਮੀਨ ਤੋਂ ਸੱਖਣਾ ਹਾਂ ਜ਼ਮੀਰ ਤੋਂ ਨਹੀਂ, ਕਿ ਹਰ ਵਰਗ ਜਿਹੜਾ ਉਹ ਆਪਣੀ ਨੁਮਾਇੰਦਗੀ ਦਰਜ ਕਰਾ ਰਿਹਾ ਔਰ ਉਹ ਇੱਕੋ ਸਟੇਜ ਦੇ ਉੱਤੇ ਸਾਂਝਾ ਹੈ। ਉੱਥੇ ਤੁਹਾਨੂੰ ਕਾਮਰੇਡ ਵੀ ਦਿਸਣਗੇ, ਉੱਥੇ ਤੁਹਾਨੂੰ ਪੰਥਕ ਲੋਕ ਵੀ ਦਿਸਣਗੇ, ਉੱਥੇ ਤੁਹਾਨੂੰ ਹੋਰ ਧਰਮਾਂ ਦੇ ਲੋਕ ਵੀ ਨੁਮਾਇੰਦਗੀ ਕਰਦੇ ਦਿਸਣਗੇ। ਦੇਖੋ ਨਿੱਕੇ ਹੁੰਦੇ ਨਾ ਅਸੀਂ ਜਦੋਂ ਕੋਲ ਦੀ ਫੌਜੀ ਵੀਰਾਂ ਦੇ ਉਹ ਟਰੱਕ ਲੰਘਦੇ ਹੁੰਦੇ ਸੀ, ਉਦੋਂ ਅਸੀਂ ਟਾਟਾ ਕਰਨਾ ਉਹਨਾਂ ਨੂੰ। ਉਹਨਾਂ ਨੇ ਵੀ ਅੱਗੋਂ ਜਦੋਂ ਟਾਟਾ ਕਰਨਾ ਤਾਂ ਸਾਰਾ ਦਿਨ ਦੜੰਗੇ ਮਾਰਦਾ ਫਿਰਨਾ ਵੀ ਅੱਜ ਫੌਜੀਆਂ ਨੇ ਸਾਡੀ ਸਲਾਮ ਨੂੰ ਕਬੂਲ ਕੀਤਾ। ਇਹ ਚਾਅ ਸਾਡਾ ਉਸ ਵਕਤ ਦਾ ਇੱਥੇ ਪੂਰਾ ਹੋ ਰਿਹਾ। ਹੁਣ ਜਦੋਂ ਟਰਾਲੀ ਦੇ ਉੱਤੇ ਕਿਸਾਨ ਵੀਰ ਲੰਘਦੇ ਆ ਤੇ ਜੀ ਕਰਦਾ ਬੋਲੇ ਸੋ ਨਿਹਾਲ ਕਹੀਏ ਤੇ ਜਦੋਂ ਉਹ ਵੀ ਅੱਗੋਂ ਕਹਿੰਦੇ ਆ ਵੀ ਮੋੜਵੇਂ ਜਵਾਬ ਦੇ ਵਿੱਚ ਸਤਿ ਸ਼੍ਰੀ ਅਕਾਲ, ਤਾਂ ਮਨ ਨੂੰ ਇੱਕ ਵੱਖਰਾ ਜਿਹਾ ਸਵਾਦ ਆਉਂਦਾ ਵੀ ਯਾਰ ਅਸੀਂ ਪੰਜਾਬੀ ਇੰਨੇ ਗੈਰਤਮੰਦ ਆ, ਅਸੀਂ ਪੰਜਾਬੀ ਧੱਕਾ ਨਾ ਸਹਿਣ ਵਾਲੇ ਆ। ਅਸੀਂ ਨਾ ਬੋਲੀਏ ਤਾਂ ਨਾ ਬੋਲੀਏ, ਪਰ ਜਦੋਂ ਬੋਲਦੇ ਆ ਤੇ ਫਿਰ ਭਾਵੇਂ ਅਮਿਤ ਸ਼ਾਹ ਦੀ ਜੋੜੀ ਹੋਵੇ ਤੇ ਭਾਵੇਂ ਨਰਿੰਦਰ ਮੋਦੀ ਦੀ ਕਿਸੇ ਨਾਲ ਤਾਰ ਜੁੜੀ ਹੋਵੇ ਅੰਬਾਨੀਆਂ ਅਡਾਨੀਆਂ ਦੇ ਨਾਲ, ਫਿਰ ਅਸੀਂ ਮੱਥਾ ਲਾਉਣ ਤੋਂ ਪਿੱਛੇ ਨਹੀਂ ਹਟਦੇ। जी थैंक यू सो मच वरिंदर, क्योंकि अपनी गल रखने का भी मौका मिल रहा। हमेशा रिपोर्टिंग करते हुए बड़ा सोच समझ के बोलना पैंदा है, क्योंकि एक वड्डा संघर्ष है तो ये ना होवे साडे कुछ एक शब्दां दे हेर फेर करके इस संघर्ष के उत्ते कोई सवाल आवे। जिस तरह से आप देखेंगे कि मीडिया जिस तरह से रिप्रेजेंट कर रहा है कि यहाँ पे आतंकवादी हैं, खालिस्तानी हैं, ये तो पूरी तरीके से गलत है। ये हमें पता है कि स्क्रिप्ट जो है कहाँ से लिख कर आ रही है उनके पास और कौन से उनके आका हैं जो उनको स्क्रिप्ट लिख कर देते हैं और वो आकर टीवी स्क्रीन पर आकर बोल देते हैं। आप देखिए कि पहला कोई ऐसा प्रोटेस्ट नहीं है, ये बहुत बड़ा एक ऐतिहासिक ਵੀਰੇ ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਕਿ ਚਲੋ ਆਪਾਂ ਹਮ ਉਮਰ ਹੀ ਹੋਵਾਂਗੇ, ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇੰਨੀ ਉਮਰ ਦੇ ਵਿੱਚ ਐਡਾ ਵੱਡਾ ਇਕੱਠ, ਕਿਉਂਕਿ ਅੰਦੋਲਨ ਤਾਂ ਪਹਿਲਾਂ ਵੀ ਬਹੁਤ ਚੱਲਦੇ ਰਹੇ ਪੰਜਾਬ ਦੇ ਵਿੱਚ, ਜਿੱਥੇ ਅੱਜ ਆਪਾਂ ਕਹਿੰਦੇ ਆ ਕਿ 500 ਤੋਂ ਵੱਧ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਬਿਲਕੁਲ ਉਸੇ ਤਰੀਕੇ ਨਾਲ ਜੇਕਰ ਪੰਜਾਬ ਦੇ ਵਿੱਚ ਅੰਦੋਲਨ ਚੱਲਦੇ ਸੀ ਤਾਂ ਵੱਖੋ ਵੱਖਰੇ ਸੀ ਸਾਰੇ, ਪਰ ਅੱਜ ਖੂਬਸੂਰਤੀ ਇਸ ਅੰਦੋਲਨ ਦੀ ਸਭ ਤੋਂ ਵੱਡੀ ਇਹ ਰਹੀ ਹੈ ਕਿ 30 ਕਿਸਾਨ ਜਥੇਬੰਦੀਆਂ 30 ਤੋਂ 31 ਕਿਸਾਨ ਜਥੇਬੰਦੀਆਂ ਉੱਠਦੀਆਂ ਨੇ ਜਿਹੜੀਆਂ ਪੰਜਾਬ ਤੋਂ ਜਾਗਰੂਕਤੀ ਲਾ ਕੇ 500 ਤੋਂ ਵੱਧ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਪੂਰੇ ਦੇਸ਼ ਦੀਆਂ ਨੂੰ ਇਕੱਠਾ ਕਰਦੀਆਂ ਨੇ। ਔਰ ਉਸ ਤੋਂ ਵੱਡੀ ਖੂਬਸੂਰਤੀ ਹੈ ਕਿ ਸ਼ਾਂਤਮਈ ਤਰੀਕੇ ਦਾ ਪ੍ਰਦਰਸ਼ਨ। ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਇਕੱਠ ਇੱਥੇ ਵੱਧਦਾ ਹੀ ਜਾ ਰਿਹਾ ਹੈ, ਇਹਦੇ ਲਈ ਕੁਛ ਨਾ ਕੁਛ ਵਿਚਾਰ ਜ਼ਰੂਰ ਕੇਂਦਰ ਸਰਕਾਰ ਨੂੰ ਕਰਨੇ ਚਾਹੀਦੇ ਨੇ ਤੇ ਜ਼ਰੂਰ ਸਿੱਟੇ ਦੇ ਉੱਪਰ ਆਉਣਾ ਚਾਹੀਦਾ ਹੈ, ਕਿਉਂਕਿ ਲੋਕਾਂ ਦੀ ਗਿਣਤੀ ਇੱਥੇ ਲਗਾਤਾਰ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਤੱਕ ਜੋ ਮੈਂ ਮਹਿਸੂਸ ਕੀਤਾ, ਜੋ ਮੇਰਾ ਤਜਰਬਾ ਰਿਹਾ, ਬਹੁਤ ਹੀ ਜ਼ਿਆਦਾ ਚੜ੍ਹਦੀ ਕਲਾ। ਔਰ ਇੱਕ ਹੁੰਦਾ ਸੀਗਾ ਹਮੇਸ਼ਾ ਪਹਿਲਾਂ ਜਦੋਂ ਪੜ੍ਹਦੇ ਹੁੰਦੇ ਸੀ ਕਿ ਕਿਵੇਂ ਇੱਕ ਜਿਹੜਾ ਉਹ 1.25 ਲੱਖ ਦੇ ਨਾਲ ਲੜ ਜਾਂਦਾ ਆ, ਉਹ ਚੀਜ਼ ਅੱਜ ਦੇਖਣ ਨੂੰ ਮਿਲੀ ਹੈ ਕਿ ਇਹ ਕਿਵੇਂ ਮਰਨ ਦੇ ਲਈ ਕੋਈ ਕੌਮ ਜਿਹੜੀ ਆ ਉਹ ਤਿਆਰ ਹੋ ਸਕਦੀ ਆ। मेरा नाम हाँ जी मेरा नाम जैनेंद्र कुमार है। मैं पत्रकार हूँ, टीवी पत्रकार हूँ। सरदार जी के 1 मिनट ले पहला तुम। सर ये तो हमारा मीडिया वाला है। मैं कर रहा ये हमारा मीडिया थारा नहीं है यो। अरे तो हमारा भाई है, पत्रकार भाई है। ਮੈਨੂੰ ਇੱਕ ਨਿੱਕਾ ਜਿਹਾ ਸਵਾਲ ਹੈ। 17 ਦਿਨ ਤੋਂ ਤੁਸੀਂ ਇੱਥੇ ਕਰ ਰਹੇ ਹੋ, ਕਵਰ ਕਰ ਰਹੇ ਹੋ, ਹੁਣ ਤੱਕ ਅਬਜ਼ਰਵ ਕੀ ਕੀਤਾ? ਤੁਹਾਨੂੰ ਕੀ ਲੱਗਦਾ ਹੈ ਕਿਸਾਨਾਂ ਦੀਆਂ ਮੰਗਾਂ ਸਹੀ ਹੈ ਜੀ? अरे नहीं देखिए, इनकी मांग सही है या गलत है वो कहने वाला मैं कोई नहीं हूँ। मैं इनकी जो मांग है वो दिखाने के लिए मैं यहाँ पे हूँ कि लोग किसान मांग क्या कर रहे हैं। जो एक्सपर्ट होते हैं ना,
वो बताते हैं कि ये मांग सही है गलत है। ABP ਸਾਂਝਾ ਤੋਂ ਪਰਮਜੀਤ ਸਿੰਘ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤੁਸੀਂ ਇੱਥੋਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਿੰਨੇ ਸਮੇਂ ਤੋਂ ਕਰ ਰਹੇ ਹੋ ਜੀ? ਸਾਡੀਆਂ ਵੈਸੇ ਤਾਂ ਕੁੱਲ ਟੀਮਾਂ ਦੀ ਗੱਲ ਕਰੀਏ ਤਾਂ 3 ਟੀਮਾਂ ਇੱਥੇ ਤਾਇਨਾਤ ਨੇ, ਪਰ ਜਿਵੇਂ ਜਿਵੇਂ ਸਾਨੂੰ ਦਫ਼ਤਰ ਵੱਲੋਂ ਪਿੱਛੋਂ ਹੁਕਮ ਹੁੰਦਾ ਹੈ ਤੇ ਮੈਨੂੰ ਕਰੀਬ ਅੱਜ 7ਵਾਂ ਦਿਨ ਇੱਥੇ ਚੱਲ ਰਿਹਾ ਹੈ। 7 ਦਿਨ ਇੱਥੇ ਹੋ ਚੱਲੇ ਨੇ ਤੇ ਕਾਫੀ ਕੁਝ ਜਿਹੜਾ ਸਿੱਖਣ ਨੂੰ ਵੀ ਮਿਲਿਆ ਏ ਤੇ ਨਵੀਆਂ ਚੀਜ਼ਾਂ ਤੇ ਸੰਘਰਸ਼ਮਈ ਯੋਧਿਆਂ ਦਾ ਜੋ ਇਤਿਹਾਸ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਸੀ, ਸੁਣਦੇ ਸੀ ਆਪਣੇ ਜਿਹੜੇ ਪ੍ਰਚਾਰਕ ਸਾਹਿਬਾਨ ਨੇ, ਸੋ ਅੱਖੀ ਡਿੱਠਾ ਉਹ ਹਾਲ, ਕਿਉਂਕਿ ਇਕੱਲਾ ਸੋਸ਼ਲ ਮੀਡੀਆ ਤੇ ਇਕੱਲੀਆਂ ਗੱਲਾਂ ਨਹੀਂ, ਜੋ ਗੁਰਬਾਣੀ ਦਾ ਇੱਕ ਫਰਮਾਨ ਹੈ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਉਹ ਜਿਹੜੀ ਪ੍ਰਵਾਨ ਵਾਲੀ ਗੱਲ ਹੈ ਇਸ ਸਿੰਘੂ ਬਾਰਡਰ ਤੇ ਜਿਹੜਾ ਉਹ ਵੇਖਣ ਨੂੰ ਮਿਲੀ ਹੈ। ਤੁਸੀਂ ਹੋਰ ਵੀ ਸੰਘਰਸ਼ ਦੇਖਿਓ, ਬਾਕੀ ਸੰਘਰਸ਼ਾਂ ਨਾਲੋਂ ਇਹ ਸੰਘਰਸ਼ ਕਿਵੇਂ ਵੱਖਰਾ ਲੱਗਦਾ ਤੁਹਾਨੂੰ? ਕਿਉਂਕਿ ਇਹ ਨੈਸ਼ਨਲ ਲੈਵਲ ਤੱਕ ਪਹੁੰਚ ਗਿਆ। ਇੱਕ ਵੈਸੇ ਤਾਂ ਲੋਕਲ ਜਾਂ ਤਾਂ ਪੰਜਾਬ ਤੱਕ ਸੀਮਤ ਰਹਿੰਦੇ ਆ, ਇਹ ਇੱਕ ਨੈਸ਼ਨਲ ਲੈਵਲ ਦਾ ਵੱਡਾ ਅੰਦੋਲਨ ਬਣ ਚੁੱਕਾ ਹੈ, ਤੇ ਬਾਕੀ ਸੰਘਰਸ਼ਾਂ ਨਾਲੋਂ ਇਹ ਵੱਖਰਾ ਕਿਵੇਂ ਹੈ? ਮੈਂ ਬਹੁਤ ਸਾਰੀਆਂ ਵੱਖਰੀਆਂ ਚੀਜ਼ਾਂ ਇਸ ਅੰਦੋਲਨ ਦੇ ਵਿੱਚ ਜ਼ਰੂਰ ਵੇਖੀਆਂ ਨੇ, ਕਿਉਂਕਿ ਇਸ ਤੋਂ ਪਹਿਲਾਂ ਵੀ ਕੋਈ ਪਹਿਲੀ ਵਾਰ ਨਹੀਂ ਹੈ ਕਿ ਭਾਰਤ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਨਾਲ ਅੰਦੋਲਨ ਹੋ ਰਿਹਾ ਹੋਏ। ਪਰ ਇਹਦੀ ਵੱਖਰਤਾ ਇਸ ਗੱਲ ਦੇ ਵਿੱਚ ਹੈ ਕਿ ਇੱਥੇ ਜਿਸ ਤਰੀਕੇ ਦੇ ਨਾਲ ਹਰ ਇੱਕ ਨੂੰ ਪਿਆਰ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ, ਜਿਵੇਂ ਟਹਿਣਾ ਸਾਹਿਬ ਕਹਿ ਰਹੇ ਸੀ ਕਿ ਕਿਸੇ ਦੇ ਵੀ ਹੱਥ ਦੇ ਵਿੱਚ ਕੋਈ ਡਾਂਗ, ਕੋਈ ਸੋਟੀ, ਕੋਈ ਪੱਥਰ ਨਹੀਂ ਆ, ਪਰ ਹਾਂ ਉਹਨਾਂ ਦੇ ਹੱਥਾਂ 'ਚ ਬਦਾਮ, ਉਹਨਾਂ ਦੇ ਹੱਥਾਂ 'ਚ ਪਿੰਨੀਆਂ, ਉਹਨਾਂ ਦੇ ਹੱਥਾਂ 'ਚ ਪ੍ਰਸ਼ਾਦ, ਉਹਨਾਂ ਦੇ ਹੱਥਾਂ 'ਚ ਲੰਗਰ ਦਾ ਪ੍ਰਸ਼ਾਦਾ ਜ਼ਰੂਰ ਹੈ ਕਿ ਉਹ ਰਾਹ ਜਾਂਦੇ ਲੋਕਾਂ ਨੂੰ ਵੀ ਆਵਾਜ਼ਾਂ ਮਾਰ-ਮਾਰ ਕੇ ਕਹਿੰਦੇ ਨੇ ਵੀ ਤੁਸੀਂ ਆਓ ਤੇ ਲੰਗਰ ਦਾ ਪ੍ਰਸ਼ਾਦਾ ਛਕ ਕੇ ਜਾਇਓ। ਤੇ ਬਾਈ ਜੀ ਪਸਲੀਆਂ ਰਹਿ ਜਾਂਦੀਆਂ। ਤੁਸੀਂ ਤੇ ਮੈਂ ਸ਼ਾਇਦ ਗੱਡੀ ਤੇ ਆਏ ਹੋਵਾਂਗੇ, ਗੱਡੀ ਤੇ ਆਪਾਂ ਥੱਕ ਜਾਂਦੇ ਆ, ਪਰ ਵੱਡੀ ਇਹ ਚੀਜ਼ ਹੈ ਕਿ ਜੇਕਰ 11 ਸਾਲ ਤੋਂ ਲੈ ਕੇ 80 ਸਾਲ ਦਾ ਬਾਬਾ ਇੱਥੇ ਆਇਆ ਹੋਇਆ ਹੈ, ਟਰਾਲੀਆਂ ਦੇ ਉੱਤੇ ਆਇਆ ਹੋਇਆ ਹੈ, ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਿਰਫ ਗੁਰੂ ਮਹਾਰਾਜ ਦੀ ਕਿਰਪਾ ਹੀ ਹੋ ਸਕਦੀ ਹੈ, ਔਰ ਜਿਹੜੀ ਇਸ ਅੰਦੋਲਨ ਤੇ ਹਜੇ ਤੱਕ ਬਰਕਰਾਰ ਹੈ। ਔਰ ਲੱਗਦਾ ਹੈ ਕਿ 3 ਖੇਤੀ ਕਾਨੂੰਨ ਜਲਦੀ ਜਿਹੜੇ ਆ ਰੱਦ ਹੋਣਗੇ ਤੇ ਸਾਰੇ ਪੰਜਾਬ ਦੇ ਜਿਹੜੇ ਕਿਸਾਨ ਹੈ ਵਾਪਸ ਪਰਤਣਗੇ। ਇਹਦੀ ਵੱਖਰਤਾ ਦੇ ਵਿੱਚ 2 ਵੱਡੀਆਂ ਗੱਲਾਂ। ਆਮ ਤੌਰ ਦੇ ਉੱਤੇ ਕੋਈ ਵੀ ਸੰਘਰਸ਼ ਸ਼ੁਰੂ ਹੁੰਦਾ ਨਾ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ, ਉਹ ਧਾਰਮਿਕ ਰੰਗਣ ਦੇ ਵਿੱਚ ਰੰਗਿਆ ਜਾਂਦਾ ਜਾਂ ਰਾਜਨੀਤਿਕ ਰੰਗਣ ਦੇ ਵਿੱਚ ਰੰਗਿਆ ਹੁੰਦਾ। ਇਹਦੀ ਖੂਬਸੂਰਤੀ ਕਿਸਾਨ ਅੰਦੋਲਨ ਦੀ ਇਸ ਗੱਲ ਦੇ ਵਿੱਚ ਆ, ਨਾ ਤਾਂ ਇਹਦੇ ਵਿੱਚ ਧਰਮ ਆਇਆ ਤੇ ਨਾ ਹੀ ਇਹਦੇ ਵਿੱਚ ਰਾਜਨੀਤਿਕ ਲੋਕ ਆਏ ਆ। ਰਾਜਨੀਤਿਕ ਲੋਕਾਂ ਨੂੰ ਤਾਂ ਕਿਸਾਨ ਨੰਗੇ ਪੈਰੀ ਭਜਾਉਂਦੇ ਜੇਕਰ ਇੱਥੇ ਆ ਜਾਣ। ਕੇਂਦਰ ਦੀਆਂ ਕੋਸ਼ਿਸ਼ਾਂ ਬਹੁਤ ਆ ਵੀ ਇਹਨੂੰ ਹਿੰਦੂ ਸਿੱਖ ਬਣਾ ਦੇਗੇ, ਇੱਥੇ ਜੀ ਕੁਝ ਨਾਅਰੇ ਲਵਾ ਦੇਗੇ, ਇਹਨੂੰ ਖਾਲਿਸਤਾਨੀ ਰੰਗ ਚਾੜ੍ਹ ਦੇਗੇ, ਇਹਦੇ ਵਿੱਚ ਹੋਰ ਕੋਈ ਨਾ ਕੋਈ ਇਹੋ ਜਿਹਾ ਟੈਂਟਾ ਖੜਾ ਕਰ ਦੇਗੇ, ਪਰ ਇਹ ਤਾਂ ਕਿਸਾਨਾਂ ਦੀ ਤੀਖਣ ਬੁੱਧੀ ਆ, ਉਹ ਬੜੇ ਸੂਝਵਾਨ ਆ। ਦੇਖੋ ਇਸ ਸੰਘਰਸ਼ 'ਚ ਨਾ ਹੋਰ ਬਹੁਤ ਛੋਟੇ-ਛੋਟੇ ਸੰਘਰਸ਼ ਤੁਹਾਨੂੰ ਦੇਖਣ ਨੂੰ ਮਿਲਣਗੇ। ਉਹ ਸੰਘਰਸ਼ ਹੈ ਕਿ ਅਸੀਂ ਆਪਣੀ ਕੁੜੱਤਣਾ ਮਾਰ ਰਹੇ ਹਾਂ ਸਭ ਤੋਂ ਵੱਡੇ, ਹੈ ਨਾ, ਕਿ ਜਿਹੜੇ ਬਿੱਲ ਕੇਂਦਰ ਨੇ ਵਾਪਸ ਲੈਣੇ ਜਾਂ ਪਾੜਨੇ ਆ, ਉਹ ਬਿੱਲ ਇੱਕ ਨੇ, ਇੱਕ ਸਾਡੇ ਅੰਦਰ ਵੀ ਬਿੱਲ ਨੇ ਜਿਹੜੇ ਵਕਾਰਾਂ ਦੇ ਨਾਲ ਅਸੀਂ ਜਿਉਂਦੇ ਆ। ਤਾਂ ਇੱਥੇ ਪਹਿਲੀ ਗੱਲ ਤਾਂ ਹੈ ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਮਾਨਵਤਾ ਦਾ ਸੰਦੇਸ਼ ਹੈ, ਜਿਹੜਾ ਗੁਰੂ ਨਾਨਕ ਪਾਤਸ਼ਾਹ ਸਾਂਝੀ ਵਾਲਤਾ ਦੀ ਗੱਲ ਕਰਦੇ ਹੈ, ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲਦਾ ਹੈ ਕਿ ਹਰ ਵਰਗ ਜਿਹੜਾ ਉਹ ਆਪਣੀ ਨੁਮਾਇੰਦਗੀ ਦਰਜ ਕਰਾ ਰਿਹਾ, ਔਰ ਉਹ ਇੱਕੋ ਸਟੇਜ ਦੇ ਉੱਤੇ ਸਾਂਝਾ ਹੈ। ਉੱਥੇ ਤੁਹਾਨੂੰ ਕਾਮਰੇਡ ਵੀ ਦਿਸਣਗੇ, ਉੱਥੇ ਤੁਹਾਨੂੰ ਪੰਥਕ ਲੋਕ ਵੀ ਦਿਸਣਗੇ, ਉੱਥੇ ਤੁਹਾਨੂੰ ਹੋਰ ਧਰਮਾਂ ਦੇ ਲੋਕ ਵੀ ਨੁਮਾਇੰਦਗੀ ਕਰਦੇ ਦਿਸਣਗੇ। ਤਾਂ ਹਰੇਕ ਵਿਚਾਰਧਾਰਾ ਦੀ ਰਿਸਪੈਕਟ ਹੋ ਰਹੀ ਹੈ। ਅਕਸਰ ਕੀ ਹੁੰਦਾ ਹੈ ਕਿ ਅਸੀਂ ਦੂਜੀ ਵਿਚਾਰਧਾਰਾ ਨੂੰ ਨਿੰਦਣ ਤੇ ਪੁਣਨ ਦੇ ਉੱਤੇ ਜ਼ੋਰ ਜ਼ਿਆਦਾ ਦਿੰਦੇ ਆ। ਤਾਂ ਇਸ ਸਟੇਜ ਬਾਕੀ ਸੰਘਰਸ਼ ਤਾਂ ਬਹੁਤ ਜ਼ਿਆਦਾ ਮੈਂ ਨਹੀਂ ਦੇਖੇ, ਬਟ ਜਿਵੇਂ ਮੋਰਚੇ, ਕਿਸੇ ਦੀ ਖਿਲਾਫਤ, ਕਿਸੇ ਦੀ ਸਿਆਸੀ ਬਗਾਵਤ ਹੁੰਦੀ ਦੇਖੀ ਹੈ, ਪਰ ਇਹ ਅੰਦੋਲਨ ਨਹੀਂ ਆ, ਇਹ ਹੁਣ ਲੋਕ ਲਹਿਰ ਬਣ ਗਈ ਹੈ। ਸੋ ਮੈਂ ਉਹੀ ਕਿਹਾ ਨਾ, ਇੱਥੇ ਹਰ ਬੰਦਾ ਜੋ ਅਸੀਂ ਮਹਿਸੂਸ ਕੀਤਾ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਆ, ਔਰ ਸਾਰੇ ਸਟੇਟਸ ਦੇ ਲੋਕ ਬੈਠੇ ਆ, ਔਰ ਹਰ ਕਿਸੇ ਦੇ ਅੰਦਰ ਜਿਹੜਾ ਹੈਗਾ ਆ ਇੱਕ ਹੁਕਮਰਾਨ ਧਿਰ ਦੇ ਨਾਲ ਇੱਕ ਉਹ ਖਫਾ ਨੇ, ਔਰ ਆਪਣਿਆਂ ਦੇ ਨਾਲ ਜਿਹੜੇ ਖੜੇ ਨੇ। ਸੋ ਉਹ ਇੱਕ ਬਹੁਤ ਸੋਹਣਾ ਆ। ਕੋਈ ਆਪਣੇ ਵੱਖਰੇ ਝੰਡੇ ਨਹੀਂ ਲੈ ਕੇ ਆਇਆ ਕਿ ਮੈਂ ਆਪਣੇ ਆਪ ਨੂੰ ਪ੍ਰਮੋਟ ਕਰਾਂ, ਹਰ ਕੋਈ ਇੱਕ ਹੀ ਗੱਲ ਕਰ ਰਿਹਾ ਤੇ ਉਹ ਸਭ ਤੋਂ ਜਿਹੜਾ ਵੱਖਰਾ ਤੇ ਵਿਲੱਖਣ ਇਸ ਸੰਘਰਸ਼ ਨੂੰ ਕਰ ਰਹੀ ਹੈ, ਔਰ ਸਾਰਿਆਂ ਸੰਘਰਸ਼ਾਂ ਨਾਲੋਂ ਕਿਤੇ ਉੱਚਾ ਵੀ ਕਰ ਰਹੀ ਹੈਗੀ ਹੈ। देखिए ये जो संघर्ष है किसानों का, ये इसमें शाहीन बाग के संघर्ष के जैसा ही इसका भी स्वरूप है, और ये उतना ही इंक्लूसिव है, उतना ही ये भारत की लोकतंत्र के लिए ज़रूरी है, और ये बहुत व्यापक है। ये अन्ना आंदोलन भी हमने देखा था, अन्ना आंदोलन इतना व्यापक नहीं था, जितना इंतज़ाम, जितनी शिरकत, जितने तरह के लोगों की शिरकत मैं यहाँ देख रहा हूँ। आज मेरा पहला दिन है, मैं पहली बार आया हूँ, लेकिन हमारे सहयोगी यहाँ आते रहे हैं, तो मैं देख रहा हूँ कि जितना व्यापक है
किसानों में, और चाहे वो यूपी से किसान आए हों, चाहे राजस्थान के किसान हो, हरियाणा के हों, कई किसानों से हम मिले यहाँ पे। किसानों के अंदर एक बहुत मजबूत समझदारी पैदा है। वो सरकार के, मीडिया के, कॉरपोरेट हाउसेस के ਸਾਰੇ ਉਹ ਹੱਥਕੰਡੇ ਸਮਝ ਰਹੇ ਹਨ। ਇਹ ਦੇਖੋ ਜੀ, ਉਸ ਸੰਘਰਸ਼ ਦੀ ਗੱਲ ਕਰੀਏ ਸ਼ਹੀਨ ਬਾਗ ਜਾਂ ਉਹਨਾਂ ਸੰਘਰਸ਼ਾਂ ਦੇ ਨਾਲ ਇਸ ਸੰਘਰਸ਼ ਨੂੰ ਜੋੜਨਾ, ਮੈਂ ਕਹਿੰਦਾ ਵੀ ਬੜੀ ਛੋਟੀ ਗੱਲ ਹੋਵੇਗੀ। ਸੰਘਰਸ਼ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ। ਆਪਣੀ ਹੱਕਾਂ ਦੀ ਆਵਾਜ਼ ਹਰੇਕ ਨੂੰ ਬੁਲੰਦ ਕਰਨ ਦਾ ਹੱਕ ਹੈ, ਹੱਕ ਮਿਲਦਾ ਹੈ। ਤੇ ਜੇਕਰ ਇਸ ਮੁੱਦੇ ਦੀ ਗੱਲ ਕਰੀਏ, ਕਿਰਸਾਨੀ ਦੀ ਗੱਲ ਕਰੀਏ, ਤਾਂ ਮਨਹਾਲੀ ਕਿਰਸਾਨੀ ਕਰਨੀ ਸਾਡੀ ਗੁਰਬਾਣੀ ਦੇ ਨਾਲ ਮੈਂ ਆਧਾਰਿਤ ਗੱਲ ਕਰਾਂ ਤਾਂ ਇਸ ਕਿੱਤੇ ਦੇ ਨਾਲ ਇਕੱਲਾ ਕਿਸਾਨ ਨਹੀਂ ਜੁੜਿਆ, ਹਰ ਵਰਗ ਜਿਹੜਾ ਉਹ ਕਿਸਾਨੀ ਦੇ ਨਾਲ, ਕਿਉਂਕਿ ਆਪਾਂ ਖਾਂਦੇ ਆ, ਤੁਸੀਂ ਖਾਂਦੇ ਹੋ, ਮੈਂ ਖਾਂਦੇ ਆ, ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਜ਼ਿਆਦਾ ਮੈਂ ਤੁਹਾਡਾ ਸਮਾਂ ਨਹੀਂ ਲੈਣਾ, ਇੱਕ ਛੋਟਾ ਜਿਹਾ ਸਵਾਲ ਹੋਰ ਸੀ, ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਕੋਈ ਤਬਦੀਲੀ ਹੋ ਸਕਦੀ ਹੈ ਇਸ ਸੰਘਰਸ਼ ਦੇ ਨਾਲ ਜੀ? ਕਿਉਂ ਨਹੀਂ ਹੋ ਸਕਦੀ? ਦੇਖੋ, ਜੇ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲ ਸਕਦੀ ਹੈ ਤਾਂ ਇਸ ਸੰਘਰਸ਼ ਨੂੰ ਤੁਸੀਂ ਸਿਰਫ ਇੱਥੋਂ ਤੱਕ ਸੀਮਤ ਨਾ ਰੱਖੋ। ਇਹ ਕੁੰਡਲੀ ਬਾਰਡਰ, ਟਿੱਕਰੀ ਬਾਰਡਰ ਜਾਂ ਗਾਜ਼ੀਆਬਾਦ ਵਾਲੇ ਬਾਰਡਰ ਤੱਕ ਸੀਮਤ ਥੋੜੀ ਹੈ, ਇਹ ਇੰਟਰਨੈਸ਼ਨਲ ਹੋ ਚੁੱਕਿਆ ਹੈ। ਜੇ ਲੰਡਨ ਦੇ ਹਾਈ ਕਮਿਸ਼ਨ ਦੇ ਬਾਹਰ ਜਾ ਕੇ ਉੱਥੇ ਪ੍ਰੋਟੈਸਟ ਹੋ ਰਿਹਾ, ਜੇ ਬਰਮਿੰਗਮ ਦੇ ਵਿੱਚ ਰੈਲੀ ਹੋ ਰਹੀ ਹੈ, ਜੇ ਨਿਊਜ਼ੀਲੈਂਡ ਦੇ ਵਿੱਚ ਲੋਕ ਉੱਠ ਖੜੇ ਹੋਏ ਹੈ, ਜੇ USA ਦੇ ਵਿੱਚ ਰੈਲੀਆਂ ਨਿਕਲ ਰਹੀਆਂ, ਕੈਨੇਡਾ ਦੇ ਲੋਕ ਇਕੱਠੇ ਹੋ ਰਹੇ ਹੈ, ਤਾਂ ਇਸ ਦੀ ਗ੍ਰੈਵਿਟੀ ਨੂੰ ਸਮਝਣਾ ਪਊਗਾ ਨਾ ਸਾਨੂੰ। ਤਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਮੇਰੇ ਵੀਰ ਚੇਤਨਤਾ ਦੀ, ਕਿ ਤੁਹਾਡੇ ਅੰਦਰ ਪਈ ਹੋਈ ਚੇਤਨਾ ਜਾਗਦੀ ਕਦੋਂ ਹੈ, ਹਨਾ? ਦੇਖੋ, ਜਾਗ ਲਾਏ ਬਿਨਾ ਦਹੀਂ ਨਹੀਂ ਜੰਮਦਾ, ਹਨਾ? ਤਾਂ ਇਹ ਜਾਗ ਲੱਗ ਗਈ। ਦੇਖੋ, ਸਮਾਜਿਕ ਭਵਿੱਖ ਤਾਂ ਬਹੁਤ ਮੈਨੂੰ ਚੰਗੇਰਾ ਜਾਪਦਾ। ਸਮਾਜਿਕ ਭਵਿੱਖ ਬਣਾਉਣਾ ਹੁੰਦਾ ਸਮਾਜ ਦੇ ਵਿੱਚ ਵਿਚਰਦੇ ਹੋਏ ਲੋਕਾਂ ਨੇ, ਤੇ ਜੇਕਰ ਸਮਾਜ ਦੇ ਵਿੱਚ ਵਿਚਰਦੇ ਅਸੀਂ ਸਾਰੇ ਲੋਕ ਆਉਂਦੇ ਸਮੇਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਨਾਲ ਫੇਰ ਨਾ ਜੁੜੀਏ ਤੇ ਅਸੀਂ ਚੰਗੇ ਬੰਦਿਆਂ ਦੀ ਚੋਣ ਕਰੀਏ, ਚੰਗਿਆਂ ਨੂੰ ਵੋਟਾਂ ਪਾਈਏ, ਤਾਂ ਫਿਰ ਸਾਨੂੰ ਉਵੇਂ ਪਛਤਾਉਣਾ ਨਾ ਪਵੇ ਜਿਵੇਂ ਸਨੀ ਦਿਓਲ ਨੂੰ ਵੋਟਾਂ ਪਾ ਕੇ ਗੁਰਦਾਸਪੁਰੀਏ ਪਛਤਾਉਂਦੇ ਆ। ਬਾਕੀ ਵੀ ਹੈਗੇ ਆ, 19-21 ਦੇ ਫਰਕ ਦੇ ਨਾਲ ਹੀ ਆ, ਬਾਕੀ ਵੀ ਇਹੋ ਜਿਹੀ ਆ। ਪਰ ਗੱਲ ਰਾਜਨੀਤਿਕ ਆ, ਰਾਜਨੀਤਿਕ ਲੋਕਾਂ ਨੇ ਤਾਂ ਵਰਤਣਾ ਸ਼ੁਰੂ ਵੀ ਕੀਤਾ ਸੀ, ਹੁਣ ਵੀ ਵਰਤ ਰਹੇ ਆ। ਮੈਂ ਹੁਣ ਕੱਲ ਟਿੱਕਰੀ ਬਾਰਡਰ ਦੇ ਉੱਤੇ ਦੇਖਿਆ, ਉੱਥੇ ਪਤਾ ਲੱਗਾ ਜੀ ਵੀ ਕਈ ਰਾਜਨੀਤਿਕ ਲੋਕਾਂ ਨੇ ਆਪਣੇ ਤੰਬੂ ਉੱਥੇ ਲਾ ਲਏ ਆ, ਉਹ ਉੱਥੇ ਆ ਕੇ MLA ਵੀ ਬੈਠੇ ਆ, ਉਹਨਾਂ ਨੂੰ 2022 ਦੀਆਂ ਚੋਣਾਂ ਦਿਸਦੀਆਂ, ਉਹਨਾਂ ਨੂੰ ਅੱਜ ਵਾਲਾ ਮਸਲਾ ਨਹੀਂ ਦਿਸਦਾ। ਸੋ ਉਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ। ਅਸੀਂ ਨੇੜਤਾ ਦੇ ਵਿੱਚੋਂ ਖੱਟਿਆ ਕੁਝ ਨਹੀਂ, ਤੇ ਜੇ ਕਿਸੇ ਨੂੰ ਲੱਗਦਾ ਭਾਈ ਅਸੀਂ ਰਾਜਨੀਤਿਕ ਲੋਕਾਂ ਨਾਲ ਜੱਫੀਆਂ ਪਾ ਕੇ ਕੁਝ ਖੱਟਿਆ, ਫਿਰ ਉਹਨਾਂ ਦੀ ਮਰਜ਼ੀ ਹੈ ਜਿਵੇਂ ਵੀ ਕਰਨਾ ਜੀ। ਡਰ ਦਾ ਮਸਲਾ ਬਣ ਗਿਆ। ਜਿੰਨਾ ਕੁ ਮੈਂ ਕਿਸਾਨ ਆਗੂਆਂ ਨਾਲ ਗੱਲ ਕੀਤੀ ਆ, ਜਿੰਨਾ ਕੁ ਮੈਂ ਇਸ ਰਾਜਨੀਤੀ ਨੂੰ ਸਮਝਦਾ, ਉਹ ਤੋਂ ਸਾਨੂੰ ਵੀ ਇਹ ਸਮਝ ਆਉਂਦੀ ਆ ਕਿ ਸਰਕਾਰ ਇੱਜ਼ਤ ਕਰਕੇ ਨਹੀਂ ਕਿ ਹਾਂ ਸਾਡੀ ਅੜੀ ਆ, ਮੈਨੂੰ ਲੱਗਦਾ ਪਰ ਦਬਾਅ ਇੰਨਾ ਕਿ ਉਹ ਵਾਪਸੀ ਨਹੀਂ ਲੈ ਪਾਉਂਦੀ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਨ੍ਹਾਂ ਲਈ ਬਣਾਏ ਨੇ, ਵਪਾਰੀਆਂ ਲਈ ਬਣਾਏ, ਵਿੱਚ ਮੱਧ ਆ ਉਹਦੇ ਵਿੱਚ ਤੁਸੀਂ ਪੜ੍ਹ ਕੇ ਦੇਖੋ, ਚ ਲਿਖਿਆ ਕਿ ਟ੍ਰੇਡ ਐਂਡ ਕਮਰਸ ਹੈ ਇਹ ਬਿੱਲ। किसान ट्रेड एंड व्यापार, किसान व्यापारी नहीं हैगा। लेकिन उसको लेकर एक मेरे मन में चिंता है कि अगर किसान ये आंदोलन हार गए तो भारत का लोकतंत्र संकट में आ जाएगा। लोकतंत्र की रक्षा के लिए, भारत के संविधान की रक्षा के लिए किसानों का ये आंदोलन जीतना ज़रूरी है। इसलिए जिसको भी, जो किसान नहीं भी है, जो इंजीनियर है, जो डॉक्टर है, जो पत्रकार है, जो दूसरी नौकरियां कर रहे हैं, व्यापारी हैं, उन सबको इसमें शामिल होना चाहिए, क्योंकि अगर ये लड़ाई हार गए तो उन सब के जीवन प्रभावित होंगे और इस देश का लोकतंत्र जो है वो खतरे में पड़ जाएगा। ਸੋ ਇਹ ਜਨ ਅੰਦੋਲਨ ਬਣ ਗਿਆ। ਸਰਕਾਰ ਲੋਕ ਚੁਣਦੇ ਨੇ, ਸਰਕਾਰ ਲੋਕਾਂ ਲਈ ਹੁੰਦੀ ਆ, ਤੇ ਜੇ ਲੋਕਾਂ ਦੀ ਨਹੀਂ ਸੁਣਦੀ ਫਿਰ ਲੋਕ ਸਰਕਾਰਾਂ ਪਲਟ ਦਿੰਦੇ ਨੇ। ਅੱਛਾ, ਇੱਕ ਛੋਟੀ ਗੱਲ ਹੋਰ ਦੱਸ ਦਿਆਂ, 1907 ਚ ਅੰਗਰੇਜ਼ ਸਰਕਾਰ 3 ਲਾਅ ਲੈ ਕੇ ਆਈ ਸੀ ਸੇਮ। ਚਾਚਾ ਅਜੀਤ ਸਿੰਘ ਨੇ ਉਦੋਂ ਲੜਾਈ ਲੜੀ ਤੇ ਉਹ ਰਿਪੀਲ ਹੋ ਗਏ ਸੀ ਉਦੋਂ। ਤੇ ਜੇ ਅੰਗਰੇਜ਼ਾਂ ਤੋਂ ਕਰਾ ਗਏ, ਚਲੋ ਇਹ ਕਹਿ ਲਓ ਵੀ ਮਾੜੇ ਹੈ ਚੰਗੇ ਹੈ, ਪਰ ਫਿਰ ਵੀ ਮੈਂ ਕਹਿੰਦਾ ਚਲੋ ਆਪਣੇ ਆ, ਇਹ ਤਾਂ ਵਾਪਸ ਹੋਣਗੇ, ਇਸ ਤੋਂ ਇਦੋਂ ਘੱਟ ਮੰਨਣਾ ਨਹੀਂ। ਬਹੁਤ ਧੰਨਵਾਦ ਜੀ ਤੁਹਾਡਾ ਗੱਲਬਾਤ ਕਰਨ ਵਾਸਤੇ। ਸ਼ੁਕਰੀਆ, ਬਹੁਤ ਬਹੁਤ ਥੈਂਕ ਯੂ। ਔਰ ਪਰਮਾਤਮਾ ਤੁਹਾਡੇ ਚੈਨਲ ਨੂੰ ਚੜ੍ਹਦੀ ਕਲਾ 'ਚ ਕਰੇ। ਬਹੁਤ ਸ਼ੁਕਰੀਆ ਜੀ। ਔਰ ਇਹ ਸਨ ਸਿਮਰਨਜੋਤ ਮੱਕੜ ਜੀ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਕਿਸਾਨੀ ਸੰਘਰਸ਼ ਦੇ ਬਾਰੇ ਆਪਣੇ ਵਿਚਾਰ ਦੱਸੇ। ਉਹ ਲਗਾਤਾਰ ਰਿਪੋਰਟਿੰਗ ਕਰ ਰਹੇ ਆ ਸਿੰਘੂ ਬਾਰਡਰ ਤੋਂ। ਅਸੀਂ ਵੀ ਤੁਹਾਨੂੰ ਵੱਖ-ਵੱਖ ਤਸਵੀਰਾਂ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ। ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਵਰਿੰਦਰ ਔਲਖ, GT ਰੋਡ FM।